ਹਰ ਤੇਰੀ ਸਭ ਕਰੈ ਉਸਤਤ, ਜਿਨ ਫਾਥੇ ਕਾਢਿਆ। ਹਰ ਤੁਧਨੂੰ ਕਰੈ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ। ਹਰ ਅਹੰਕਾਰੀਆਂ ਮਾਰ ਨਿਵਾਏ, ਮਨ ਮੁਖ ਮੂੜ ਸਾਧਿਆ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦਿਆਂ ਹੋਇਆਂ ਕਹਿੰਦੇ ਨੇ, ਹੇ ਅਕਾਲ ਪੁਰਖ ਪ੍ਰਭੂ ਪ੍ਰਮਾਤਮਾ, ਤੇਰੀ ਇਹ ਸਾਰੀ ਕਾਇਨਾਤ ਦੇ ਵਿੱਚੋਂ ਮੈਂ ਮਹਿਸੂਸ ਕਰਦਾ ਹਾਂ ਕਿ ਸਾਰੀ ਕੁਦਰਤ ਤੇਰੀ ਉਸਤਤ ਕਰ ਰਹੀ ਹੈ, ਤੇਰੀ ਸਿਫਤ ਕਰ ਰਹੀ ਹੈ। ਤੇਰੀ ਉਸਤਤ ਤੇਰੀ ਸਿਫਤ ਕਿਉਂ ਹੁੰਦੀ ਏ? ਕਿਉਂਕਿ ਤੂੰ ਇਸ ਦੇ ਯੋਗ ਹੈ। ਬਾਣੀ ਦਾ ਜਿਵੇਂ ਕਿ ਕਥਨ ਹੈ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ। ਤੂੰ ਉਸਤਤ ਦੇ ਲਾਇਕ ਹੈ, ਤੂੰ ਵਡਿਆਈ ਦੇ ਲਾਇਕ ਹੈ, ਤੂੰ ਸ਼ੋਭਾ ਦੇ ਲਾਇਕ ਹੈ। ਇਸ ਕਰਕੇ ਸਾਰੀ ਕਾਇਨਾਤ ਤੇਰੇ ਗੁਣਾਂ ਦਾ ਵਰਣਨ ਕਰਦੀ ਏ। ਜਦੋਂ ਮਨੁੱਖ ਕੁਦਰਤ ਦੇ ਨੇੜੇ ਹੁੰਦਾ ਹੈ ਤਾਂ ਕਾਦਰ ਦੇ ਗੁਣਾਂ ਦੇ ਨਾਲ ਜੁੜ ਜਾਂਦਾ ਹੈ, ਕਿਉਂਕਿ ਕਾਦਰ ਨੇ ਆਪਣਾ ਆਪ ਕਿਸੇ ਵੱਖਰੀ ਜਗ੍ਹਾ ਤੇ ਨਹੀਂ, ਸਗੋਂ ਕੁਦਰਤ ਦੇ ਅੰਦਰ ਰੱਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਇੱਕ ਵਾਰ ਨਹੀਂ, ਅਨੇਕਾਂ ਵਾਰ ਮਨੁੱਖ ਨੂੰ ਇਹ ਹਦਾਇਤ ਤੇ ਪ੍ਰੇਰਣਾ ਕੀਤੀ ਗਈ ਕਿ ਹੇ ਮਨੁੱਖ, ਉਸ ਅਕਾਲ ਪੁਰਖ ਦੇ ਮਹਾਨ ਗੁਣਾਂ ਦੇ ਨਾਲ ਜੁੜ, ਉਸ ਦੀ ਉਸਤਤ ਕਰ, ਉਸ ਦੀ ਸ਼ੋਭਾ ਕਰ। ਜਦੋਂ ਅਸੀਂ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਉਸਤਤ ਸ਼ਬਦ ਪੜ੍ਹਦੇ ਹਾਂ ਤਾਂ ਮਨ ਅੰਦਰ ਇਹ ਖਿਆਲ ਆਉਂਦਾ ਹੈ ਕਿ ਜੇ ਮਨੁੱਖ ਅਕਾਲ ਪੁਰਖ ਦੀ ਉਸਤਤ ਕਰੇਗਾ, ਵਡਿਆਈ ਕਰੇਗਾ, ਸ਼ੋਭਾ ਕਰੇਗਾ ਤਾਂ ਕੀ ਰੱਬ ਖੁਸ਼ ਹੋ ਜਾਵੇਗਾ? ਜੇ ਅਸੀਂ ਉਸ ਅਕਾਲ ਪੁਰਖ ਦੀ ਵਡਿਆਈ ਸ਼ੋਭਾ ਦਾ ਜ਼ਿਕਰ ਨਹੀਂ ਕਰਾਂਗੇ ਤੇ ਕੀ ਉਹ ਨਾਰਾਜ਼ ਹੋ ਜਾਏਗਾ, ਗੁੱਸੇ ਹੋ ਜਾਏਗਾ? ਤਾਂ ਮਨੁੱਖ ਦੇ ਮਨ ਅੰਦਰ ਕਿਧਰੇ ਨਾ ਕਿਧਰੇ ਇਹ ਗੱਲ ਪੱਕੀ ਹੋਈ ਪਈ ਏ ਵੀ ਰੱਬ ਦੀ ਵਡਿਆਈ ਕਰੋ, ਰੱਬ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਮਾਨੋ ਜਿਵੇਂ ਕਿਸੇ ਸੰਸਾਰ ਦੇ ਕਿਸੇ ਵਿਅਕਤੀ ਦੇ ਉਸਤਤ ਵਿੱਚ ਦੋ ਬੋਲ ਕਹਿ ਦਈਏ, ਚੰਦ ਸ਼ਬਦ ਕਹਿ ਦਈਏ ਤਾਂ ਉਹ ਬੰਦਾ ਖੁਸ਼ ਹੋ ਜਾਏਗਾ, ਪ੍ਰਸੰਨ ਹੋ ਜਾਏਗਾ। ਅਗਰ ਅਸੀਂ ਨਹੀਂ ਆਖਾਂਗੇ ਤੇ ਉਹ ਸਾਡੇ ਤੇ ਗੁੱਸਾ ਕਰੇਗਾ, ਨਾਰਾਜ਼ਗੀ ਮਨ ਅੰਦਰ ਪਾਲ ਲਵੇਗਾ। ਕੀ ਅਕਾਲ ਪੁਰਖ ਵੀ ਐਸਾ ਹੈ? ਸਤਿਗੁਰੂ ਨੇ ਪਾਵਨ ਬਾਣੀ ਦੇ ਵਿੱਚ ਸਾਡੇ ਇਸ ਸ਼ੰਕੇ ਨੂੰ ਦੂਰ ਕਰਦਿਆਂ ਬੜੀ ਸੁੰਦਰ ਪੰਕਤੀ ਉਚਾਰਨ ਕੀਤੀ। ਪਾਤਸ਼ਾਹ ਕਹਿਣ ਲੱਗੇ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਰਲ ਮਿਲ ਕੇ ਅਸੀਂ ਸਾਰੇ ਸੰਸਾਰ ਦੇ ਮਨੁੱਖ ਇਹ ਕਹੀਏ, ਹੇ ਅਕਾਲ ਪੁਰਖ ਤੂੰ ਵੱਡਾ ਹੈ, ਹੇ ਪ੍ਰਭੂ ਪ੍ਰਮਾਤਮਾ ਤੇਰੇ 'ਚ ਬੜੇ ਗੁਣ ਹਨ, ਅਸੀਂ ਉਸ ਦੀਆਂ ਬੜੀਆਂ ਸਿਫਤਾਂ ਕਰੀਏ, ਅਸੀਂ ਉਸ ਦੀਆਂ ਬੜੀਆਂ ਖੂਬੀਆਂ ਗਾਈਏ, ਅਸੀਂ ਉਸ ਦੀ ਬੜੀ ਸਲਾਹੁਤਾ ਕਰੀਏ, ਬੜੀ ਉਸਤਤ ਕਰੀਏ, ਤਾਂ ਸਤਿਗੁਰੂ ਕਹਿੰਦੇ ਸਾਡੇ ਕਹਿਣ ਨਾਲੋਂ ਵੱਡਾ ਨਹੀਂ ਹੋਵੇਗਾ। ਤੇ ਜੇ ਅਸੀਂ ਚੁੱਪ ਧਾਰਨ ਕਰ ਲਈਏ, ਉਸ ਦੀ ਕਿਸੇ ਵੀ ਚੰਗਿਆਈ ਦਾ ਜ਼ਿਕਰ ਨਾ ਕਰੀਏ, ਤੇ ਸਤਿਗੁਰੂ ਕਹਿੰਦੇ ਉਹ ਛੋਟਾ ਨਹੀਂ ਹੋਣ ਲੱਗਿਆ। ਜੇ ਸਭ ਮਿਲ ਕੇ ਆਖਣ ਪਾਹੇ, ਆਖਣ ਲੱਗ ਜਾਣ, ਵੱਡਾ ਨਾ ਹੋਵੇ। ਸਾਡੇ ਕਹਿਣ ਨਾਲ ਉਹਨੇ ਵੱਡੇ ਨਹੀਂ ਹੋਣਾ, ਸਾਡੀ ਉਸਤਤ ਨਾਲ ਉਹਨੇ ਉੱਚੇ ਨਹੀਂ ਹੋਣਾ। ਤੇ ਜੇ ਅਸੀਂ ਨਹੀਂ ਆਖਾਂਗੇ ਤੇ ਉਹ ਛੋਟਾ ਨਹੀਂ ਹੋਏਗਾ, ਘਟ ਨਹੀਂ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਹਿ ਕੇ ਸਾਨੂੰ ਸਮਝਾਉਣਾ ਚਾਹਿਆ ਹੈ ਵੀ ਅਕਾਲ ਪੁਰਖ ਦੇ ਗੁਣ, ਅਕਾਲ ਪੁਰਖ ਦੀਆਂ ਵਡਿਆਈਆਂ, ਅਕਾਲ ਪੁਰਖ ਦੀ ਸਿਫਤ ਮਨੁੱਖ ਇਹ ਸਮਝ ਕੇ ਨਾ ਕਰੇ ਵੀ ਮੇਰੇ ਵੱਡੇ ਕਹਿਣ ਨਾਲ ਰੱਬ ਨੇ ਵੱਡੇ ਹੋਣਾ। ਜੇ ਮੈਂ ਨਹੀਂ ਆਖਾਂਗਾ ਤੇ ਰੱਬ ਨਾਰਾਜ਼ ਹੋ ਜਾਏਗਾ, ਉਹ ਛੋਟਾ ਹੋ ਜਾਏਗਾ, ਆਪਣੇ ਆਪ ਨੂੰ ਛੋਟਾ ਮਹਿਸੂਸ ਕਰੇਗਾ। ਐਸਾ ਨਹੀਂ। ਫਿਰ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰੀਏ ਕਿ ਸਤਿਗੁਰੂ ਜੀ ਨੇ ਬਾਰ-ਬਾਰ ਸਾਨੂੰ ਇਸ ਗੱਲ ਦਾ ਜ਼ਿਕਰ ਕਿਉਂ ਦ੍ਰਿੜ ਕਰਵਾਇਆ ਹੈ ਵੀ ਅਸੀਂ ਅਕਾਲ ਪੁਰਖ ਦੇ ਗੁਣਾਂ ਨੂੰ, ਅਕਾਲ ਪੁਰਖ ਦੀ ਵਡਿਆਈ ਨੂੰ ਗਾਈਏ, ਅਕਾਲ ਪੁਰਖ ਦੀ ਉਸਤਤ ਕਰੀਏ। ਉੱਥੇ ਸਤਿਗੁਰੂ ਜੀ ਨੇ ਇਹ ਭੇਤ ਦੀ ਗੱਲ ਵੀ ਸਾਡੇ ਨਾਲ ਸਾਂਝੀ ਕੀਤੀ ਹੈ। ਹਜ਼ੂਰ ਜੀ ਆਖਦੇ ਨੇ, ਸਦਾ ਆਨੰਦ ਰਹਿ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਹੇ ਮਨੁੱਖ, ਤੇਰਾ ਜੀਵਨ ਆਤਮਕ ਆਨੰਦ ਨਾਲ ਭਰ ਜਾਵੇਗਾ ਜੇ ਤੂੰ ਅਕਾਲ ਪੁਰਖ ਦੇ ਗੁਣਾਂ ਨੂੰ ਕਹਿ ਕੇ, ਭਾਵ ਬਿਆਨ ਕਰਦਿਆਂ ਹੋਇਆਂ, ਰੱਬੀ ਗੁਣਾਂ ਦੀ ਗੱਲ ਕਰਦਿਆਂ ਹੋਇਆਂ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ ਲਵੇਂ, ਉਹਨਾਂ ਗੁਣਾਂ ਦਾ ਧਾਰਨੀ ਹੋ ਜਾਏ, ਉਹਨਾਂ ਗੁਣਾਂ ਦਾ ਰੂਪ ਬਣ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ
ਆਪਣੀ ਪਾਵਨ ਬਾਣੀ ਦੇ ਅੰਦਰ ਇਹ ਵਿਚਾਰ ਸਾਡੇ ਨਾਲ ਇੱਕ ਵਾਰ ਨਹੀਂ ਅਨੇਕ ਵਾਰ ਸਾਂਝਾ ਕਰਦੇ ਹਨ। ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਬੜੀ ਪਿਆਰੀ ਗੱਲ ਗੁਰਮਤਿ ਮਾਰਤੰਡ ਦੇ ਅੰਦਰ ਲਿਖਦੇ ਨੇ। ਭਾਈ ਸਾਹਿਬ ਜੀ ਲਿਖਦੇ ਨੇ, ਨਿਰਭਉ ਨਿਰਵੈਰ ਨਿਰਦੇਸ਼ ਨਿਰਵਿਕਾਰ ਕਿਰਪਾ ਨਿਧ ਦਾਤਾਰ ਆਦ ਗੁਣ ਗਾਉਂਦੇ ਹੋਏ। ਭਾਵ ਅਸੀਂ ਅਕਾਲ ਪੁਰਖ ਨੂੰ ਬੜਾ ਕੁਝ ਬੜੇ ਗੁਣਾਂ ਦੇ ਨਾਲ ਚੇਤੇ ਕਰਦੇ ਹਾਂ। ਕੋਈ ਉਸ ਨੂੰ ਦੀਨਾ ਬੰਧੂ ਆਖਦਾ ਹੈ, ਕੋਈ ਉਹਨੂੰ ਦੀਨ ਦਇਆਲ ਆਖਦਾ ਹੈ, ਕੋਈ ਉਹਨੂੰ ਕਿਰਪਾ ਨਿਧ ਆਖਦਾ ਹੈ, ਕੋਈ ਉਹਨੂੰ ਭਗਤ ਵਛਲ ਆਖਦਾ ਹੈ, ਕੋਈ ਉਹਨੂੰ ਪਤਿਤ ਪਾਵਨ ਆਖਦਾ ਹੈ। ਜਦੋਂ ਅਸੀਂ ਅਕਾਲ ਪੁਰਖ ਦੇ ਇਹ ਸਾਰੇ ਗੁਣ ਕਥਨ ਕਰਦੇ ਹਾਂ ਤਾਂ ਸਤਿਗੁਰੂ ਆਖਦੇ ਨੇ ਇਹ ਰੱਬ ਦੇ ਸਾਰੇ ਗੁਣ ਕਥਨ ਕਰਦਿਆਂ ਇੱਕ ਗੱਲ ਮਨ ਵਿੱਚ ਸੋਚਣੀ ਹੈ, ਇਹ ਵਿਚਾਰ ਆਪਣੇ ਮਨ ਵਿੱਚ ਰੱਖਣਾ ਹੈ, ਆਚਰਣ ਵਿੱਚ ਇਹਨਾਂ ਗੁਣਾਂ ਦਾ ਸ਼ਕਤ ਭਰ ਵਸਾਣ ਦਾ ਯਤਨ ਕਰਨਾ, ਯਥਾਰਥ ਅਰਥਾਂ ਵਿੱਚ ਉਸਤਤ ਕਰਨੀ ਹੈ। ਭਾਈ ਸਾਹਿਬ ਜੀ ਨੇ ਲਿਖਿਆ, ਕਹਿਣ ਲੱਗੇ, ਜਿਹੜੇ ਗੁਣ ਅਸੀਂ ਅਕਾਲ ਪੁਰਖ ਵਿੱਚ ਕਥਦੇ ਹਾਂ, ਉਹਨਾਂ ਦਾ ਜ਼ਿਕਰ ਕਰਦੇ ਹਾਂ, ਉਹ ਗੁਣ ਜੇ ਅਸੀਂ ਆਪਣੇ ਜੀਵਨ ਵਿੱਚ ਲੈ ਆਂਦੇ, ਜੇ ਉਹਨਾਂ ਗੁਣਾਂ ਦੇ ਅਸੀਂ ਧਾਰਨੀ ਹੋਣ ਦਾ ਯਤਨ ਕਰੀਏ, ਉਹਨਾਂ ਗੁਣਾਂ ਵਾਲਾ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰੀਏ, ਉਦਮ ਕਰੀਏ, ਇਹ ਸਹੀ ਅਰਥਾਂ ਦੇ ਵਿੱਚ ਅਕਾਲ ਪੁਰਖ ਦੀ ਉਸਤਤ ਕਰਨਾ ਹੈ, ਵਡਿਆਈ ਕਰਨਾ ਹੈ। ਭਾਵ ਕੇਵਲ ਇੰਨਾ ਕਹਿ ਦੇਣਾ ਕਿ ਅਕਾਲ ਪੁਰਖ ਸਾਰੀਆਂ ਥਾਵਾਂ ਵਿੱਚ ਵਸਦਾ ਹੈ, ਸਾਰੇ ਮਨੁੱਖਾਂ ਵਿੱਚ ਵਸਦਾ ਹੈ, ਕਾਫੀ ਨਹੀਂ ਹੈ। ਇਸ ਨੂੰ ਆਪਣੇ ਮਨ ਅੰਦਰ ਮਹਿਸੂਸ ਕਰਨਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਮੇਰੇ ਅੰਦਰ ਵੀ ਹੈ, ਦੂਸਰੇ ਦੇ ਅੰਦਰ ਵੀ ਹੈ। ਤਾਂ ਹੀ ਤੇ ਅਸੀਂ ਦੂਸਰੇ ਦਾ ਸਤਿਕਾਰ ਕਰ ਸਕਾਂਗੇ, ਤਾਂ ਹੀ ਤੇ ਅਸੀਂ ਦੂਸਰੇ ਨਾਲ ਚੰਗੇ ਢੰਗ ਨਾਲ ਪੇਸ਼ ਆ ਸਕਾਂਗੇ, ਉਹਦੇ ਨਾਲ ਵਿਹਾਰ ਕਰ ਸਕਾਂਗੇ। ਸਤਿਗੁਰੂ ਜੀ ਨੇ ਆਖਿਆ, ਜਿਹੜੇ ਗੁਣ ਅਕਾਲ ਪੁਰਖ ਵਿੱਚ ਸਾਨੂੰ ਦ੍ਰਿੜ ਕਰਵਾਏ ਨੇ ਬਾਣੀ ਨੇ, ਉਹ ਗੁਣ ਅਸੀਂ ਆਪਣੇ ਜੀਵਨ ਅੰਦਰ ਵਸਾਉਣ ਦਾ ਯਤਨ ਕਰਨਾ ਹੈ, ਤਾਂ ਕਿ ਸਾਡਾ ਜੀਵਨ ਵੀ ਗੁਣਾ ਕਰਕੇ ਅਕਾਲ ਪੁਰਖ ਵਾਲਾ ਬਣ ਸਕੇ, ਅਕਾਲ ਪੁਰਖ ਦੇ ਨੇੜੇ ਅਸੀਂ ਹੋ ਸਕੀਏ। ਇਸ ਨੂੰ ਸਤਿਗੁਰੂ ਨੇ ਬਾਣੀ ਚ ਆਖਿਆ, ਵੇਣ ਗੁਣ ਕੀਤੇ ਭਗਤ ਨਾ ਹੋਏ। ਪ੍ਰਭੂ ਪ੍ਰਮਾਤਮਾ ਦੇ ਗੁਣ ਆਪਣੇ ਜੀਵਨ ਵਿੱਚ ਵਸਾਏ ਬਿਨਾਂ ਉਹਦੀ ਭਗਤੀ ਇਬਾਦਤ ਨਹੀਂ ਹੋ ਸਕਦੀ। ਜਿਹੜਾ ਵੀ ਵਿਅਕਤੀ ਸੰਸਾਰਕ ਤੌਰ ਉੱਤੇ ਸਾਨੂੰ ਚੰਗਾ ਨਜ਼ਰ ਆਉਂਦਾ ਹੈ, ਅਸੀਂ ਉਸ ਨੂੰ ਚੰਗਾ ਕਹਿੰਦੇ ਹਾਂ, ਉਸ ਦੀ ਸਲਾਹੁਤਾ ਕਰਦੇ ਹਾਂ। ਉਦਾਹਰਣ ਵਜੋਂ ਇੱਕ ਮਰੀਜ਼ ਇੱਕ ਡਾਕਟਰ ਦੇ ਕੋਲ ਜਾਂਦਾ ਹੈ, ਡਾਕਟਰ ਕੋਲੋਂ ਜਾ ਕੇ ਦਵਾਈ ਲੈਂਦਾ ਹੈ, ਠੀਕ ਹੋ ਜਾਂਦਾ ਹੈ। ਮਨੁੱਖ ਕਿੰਨੇ ਹੀ ਹੋਰ ਮਨੁੱਖਾਂ ਦੇ ਕੋਲ ਜਿਨ੍ਹਾਂ ਕੋਲੋਂ ਉਹਦਾ ਬਹਿਣ ਖਲੋਣ ਗੱਲਬਾਤ ਹੁੰਦੀ ਏ, ਉਹਨਾਂ ਮਨੁੱਖਾਂ ਨੂੰ ਉਸ ਡਾਕਟਰ ਬਾਰੇ ਦੱਸਦਾ ਹੈ, ਆਖਦਾ ਹੈ ਡਾਕਟਰ ਬੜਾ ਸਿਆਣਾ ਹੈ, ਡਾਕਟਰ ਬੜੇ ਸਲੀਕੇ ਨਾਲ ਗੱਲ ਸੁਣਦਾ ਹੈ, ਬੜਾ ਧੀਰਜ ਵਾਲਾ ਹੈ, ਪੈਸੇ ਘੱਟ ਲੈਂਦਾ ਹੈ, ਇਲਾਜ ਬੜਾ ਸੋਹਣੇ ਢੰਗ ਨਾਲ ਕਰਦਾ ਹੈ, ਉਹਦੀ ਦਵਾਈ ਮਰੀਜ਼ਾਂ ਦਾ ਰੋਗ ਦੂਰ ਕਰ ਦਿੰਦੀ ਏ, ਉਹ ਬੜਾ ਤਜਰਬੇਕਾਰ ਹੈ। ਕਿੰਨੀਆਂ ਹੀ ਗੱਲਾਂ ਉਸ ਡਾਕਟਰ ਬਾਰੇ ਮਨੁੱਖ ਨੇ ਕਹਿ ਦਿੱਤੀਆਂ। ਡਾਕਟਰ ਤੇ ਹੋਰ ਵੀ ਸਾਰੇ ਸ਼ਹਿਰ ਵਿੱਚ ਬਹੁਤ ਹੋਣਗੇ, ਪਰ ਉਸ ਡਾਕਟਰ ਦੀ ਸਿਫਤ ਕਿਉਂ ਕਰ ਰਿਹਾ ਹੈ? ਕਿਉਂਕਿ ਉਸ ਦੀ ਕਿਸੇ ਚੰਗਿਆਈ ਦਾ ਲਾਭ ਇਸ ਬੰਦੇ ਨੂੰ ਪ੍ਰਾਪਤ ਹੋਇਆ ਹੈ, ਉਹਦੀ ਕਿਸੇ ਚੰਗਿਆਈ ਦਾ, ਉਹਦੇ ਤਜਰਬੇ ਦਾ ਫਾਇਦਾ ਹਾਸਲ ਹੋ ਗਿਆ। ਤਜਰਬਾ ਡਾਕਟਰ ਦਾ ਹੈ, ਫਾਇਦਾ ਇਸ ਨੂੰ ਵੀ ਹੋਇਆ, ਲਾਭ ਇਸ ਨੂੰ ਵੀ ਹੋਇਆ। ਉਹਦੇ ਚੰਗੇ ਤਰੀਕੇ ਤੇ ਸਲੀਕੇ ਦਾ ਪ੍ਰਭਾਵ ਇਹਦੇ ਮਨ ਉੱਤੇ ਪੈ ਗਿਆ। ਡਾਕਟਰ ਨੇ ਇਸ ਨੂੰ ਨਹੀਂ ਆਖਿਆ ਮੇਰੀ ਜਾ ਕੇ ਸਿਫਤ ਕਰੀ, ਪਰ ਆਪ ਮੁਹਾਰੇ ਹੀ ਇਹ ਮਨੁੱਖ ਉਸ ਮਨੁੱਖ ਦੀ, ਉਸ ਡਾਕਟਰ ਦੀ ਸਿਫਤ ਕਰਨ ਵਾਸਤੇ, ਉਹਦੀ ਸਲਾਹੁਤਾ ਕਰਨ ਵਾਸਤੇ ਯਤਨਸ਼ੀਲ ਹੋ ਗਿਆ। ਕਿਉਂ? ਕਿਉਂਕਿ ਇਹਦੇ ਮਨ ਉੱਤੇ ਉਹਦੇ ਚੰਗੇ ਤਰੀਕੇ ਸਲੀਕੇ ਦਾ ਚੰਗਾ ਪ੍ਰਭਾਵ ਪੈ ਗਿਆ। ਸਫ਼ਰ ਦੇ ਵਿੱਚ ਮਨੁੱਖ ਜਾਂਦਾ ਹੈ, ਨਾਲ ਕੋਈ ਹੋਰ ਦੂਸਰਾ ਮੁਸਾਫਰ ਵੀ ਇਹਦੇ ਨਾਲ ਸਫ਼ਰ ਕਰ ਰਿਹਾ ਹੈ। ਮੁਸਾਫਰ ਹੋਰ ਵੀ ਬਹੁਤ ਸਨ, ਪਰ ਮਨੁੱਖ ਕਈ ਸਾਲਾਂ ਬਾਅਦ ਵੀ ਉਸ ਯਾਤਰਾ ਦਾ ਜ਼ਿਕਰ ਕਰਦਾ ਹੈ ਤੇ ਉਸ ਖਾਸ ਮੁਸਾਫਰ ਦਾ ਬਾਰ-ਬਾਰ ਜ਼ਿਕਰ ਕਰਦਿਆਂ ਆਖਦਾ ਹੈ, ਇੱਕ ਮੁਸਾਫਰ ਸੀ ਮੇਰੇ ਨਾਲ ਫਲਾਨੀ ਜਗ੍ਹਾ ਦਾ ਰਹਿਣ ਵਾਲਾ, ਮੈਨੂੰ ਅੱਜ ਉਹਦਾ ਨਾਮ ਨਹੀਂ ਚੇਤੇ, ਪਰ ਉਹ ਬੜਾ ਚੰਗਾ ਆਦਮੀ ਸੀ, ਉਹਨੇ ਮੇਰੀ ਬੜੀ ਮਦਦ ਕੀਤੀ, ਉਹ ਬੜਾ ਚੰਗਾ ਮਿੱਠਾ ਬੋਲਣ ਵਾਲਾ ਸੀ, ਉਹਨੇ ਮੈਨੂੰ ਬੜੀਆਂ ਗੱਲਾਂ ਸੁਣਾਈਆਂ, ਉਹਦੇ ਨਾਲ ਸਫ਼ਰ ਕਰਦਿਆਂ ਪਤਾ ਹੀ ਨਾ ਲੱਗਿਆ ਕਦੋਂ ਸਫ਼ਰ ਮੁੱਕ ਗਿਆ, ਕੋਈ ਕਠਿਨਾਈ ਨਹੀਂ ਹੋਈ। ਹੁਣ ਐਸੀ ਗੱਲ ਮਨੁੱਖ ਕਿਉਂ ਕਰ ਰਿਹਾ? ਮੁਸਾਫਰ ਤੇ ਹੋਰ ਵੀ ਬਹੁਤ ਸਨ, ਪਰ ਉਸ ਇੱਕ ਮੁਸਾਫਰ ਦੀ ਗੱਲ, ਉਸ ਯਾਤਰਾ ਦੀ ਬਾਰ-ਬਾਰ ਛੇੜਦਾ ਹੈ। ਕਿਉਂ? ਕਿਉਂਕਿ ਉਸ ਮੁਸਾਫਰ ਦੇ ਚੰਗੇ ਤਰੀਕੇ ਦਾ, ਚੰਗੇ ਸਲੀਕੇ ਦਾ ਪ੍ਰਭਾਵ ਮਨ ਉੱਤੇ ਬੜਾ ਡੂੰਘਾ ਪੈ ਗਿਆ, ਉਹਦੀ ਕਿਸੇ ਚੰਗਿਆਈ ਦਾ ਇਸ ਮਨੁੱਖ ਨੂੰ ਲਾਭ ਪ੍ਰਾਪਤ ਹੋਇਆ ਹੈ, ਇਸ ਕਰਕੇ ਉਹਨੂੰ ਚੰਗਾ ਕਹਿ ਰਿਹਾ, ਸਿਫਤ ਕਰ ਰਿਹਾ, ਉਹਦੀ ਉਸਤਤ ਕਰ ਰਿਹਾ। ਮਨੁੱਖ ਫੁੱਲਾਂ ਦੀ ਬਗੀਚੀ ਦੇ ਕੋਲ ਜਾਂਦਾ ਹੈ, ਬਗੀਚੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਹੋਏ ਨੇ, ਭਾਂਤ ਸੁਭਾਂਤੇ ਕਈ ਰੰਗਾਂ ਦੇ। ਮਨੁੱਖ ਦੇਖਦਿਆਂ ਸਾਰਾ ਸ਼ਸ਼ ਕਰ ਉੱਠਦਾ ਹੈ, ਥੋੜਾ ਨੇੜੇ ਹੁੰਦਾ ਹੈ, ਫੁੱਲਾਂ ਦੀ ਸੁਗੰਧੀ ਮਨੁੱਖ ਜਿਸ ਵੇਲੇ ਮਹਿਸੂਸ ਕਰਦਾ ਹੈ ਤੇ ਬੇਮੁਹਾਰਾ ਹੀ ਆਪਣੀ ਜ਼ਬਾਨ ਤੋਂ ਕਹਿ ਉੱਠਦਾ ਹੈ, ਵਾਹ ਕਿੰਨਾ ਸੁੰਦਰ ਬਗੀਚਾ ਬਣਾਇਆ ਹੋਇਆ ਹੈ, ਕਿੰਨੀ ਸੁੰਦਰ ਫੁਲਵਾੜੀ ਹੈ। ਔਰ ਉਹ ਬੰਦਾ ਕਿੰਨਾ ਚੰਗਾ ਹੈ ਜਿਸ ਨੇ ਇਹ ਸੁੰਦਰ ਫੁਲਵਾੜੀ ਵਾਸਤੇ ਮਿਹਨਤ ਕੀਤੀ ਹੈ, ਮਸ਼ੱਕਤ ਕੀਤੀ ਹੈ, ਬੜੇ ਤਰੀਕੇ ਤੇ ਸਲੀਕੇ ਦੇ ਨਾਲ ਥਾਂ ਥਾਂ ਦੇ ਉੱਤੇ ਸੋਹਣੇ ਸੋਹਣੇ ਪੌਦੇ ਫੁੱਲ ਲਾਏ ਨੇ।
ਹੁਣ ਗੌਰ ਕਰਨਾ, ਕਿਸੇ ਨੇ ਆਖਿਆ ਨਹੀਂ ਵੀ ਡਾਕਟਰ ਦੀ ਸਿਫਤ ਕਰ, ਕਿਸੇ ਨੇ ਆਖਿਆ ਨਹੀਂ ਉਸ ਮੁਸਾਫਰ ਦੀ ਉਸਤਤ ਕਰ, ਕਿਸੇ ਨੇ ਆਖਿਆ ਨਹੀਂ ਇਸ ਫੁਲਵਾੜੀ ਨੂੰ ਤੇ ਫੁਲਵਾੜੀ ਲਾਉਣ ਵਾਲੇ ਨੂੰ ਚੰਗਾ ਕਹਿ। ਮਨੁੱਖ ਦੇ ਮਨ ਉੱਤੇ, ਸੁਰਤ ਉੱਤੇ ਇਹੋ ਜਿਹਾ ਚੰਗਾ ਪ੍ਰਭਾਵ ਪੈ ਗਿਆ, ਮਨੁੱਖ ਆਪ ਮੁਹਾਰੇ ਹੀ ਚੰਗੇ ਨੂੰ ਚੰਗਾ ਕਹਿ ਉੱਠਿਆ। ਮਨੁੱਖ ਚੰਗੇ ਨੂੰ ਚੰਗਾ ਕਿਉਂ ਕਹਿ ਰਿਹਾ? ਪ੍ਰਭਾਵਿਤ ਕਿਹੜੀ ਚੀਜ਼ ਤੋਂ ਹੋਇਆ? ਡਾਕਟਰ ਦੇ ਕਿਸੇ ਗੁਣ ਤੋਂ, ਉਹਦੀ ਚੰਗਿਆਈ ਤੋਂ, ਉਹਦੀ ਨੇਕੀ ਤੋਂ। ਮੁਸਾਫਰ ਦੇ ਗੁਣ ਤੋਂ, ਉਹਦੀ ਚੰਗਿਆਈ ਤੋਂ, ਉਹਦੀ ਨੇਕੀ ਤੋਂ। ਉਹ ਸੋਹਣੀ ਫੁਲਵਾੜੀ ਦੀ ਦਿੱਖ ਤੋਂ, ਉਸ ਦੇ ਕਿਸੇ ਗੁਣ ਤੋਂ, ਕਿਸੇ ਖੂਬੀ ਤੋਂ ਮਨੁੱਖ ਪ੍ਰਭਾਵਿਤ ਹੋਇਆ। ਦਾਨੇ ਮਨੁੱਖਾਂ ਦਾ ਕਥਨ ਹੈ, ਚੰਗੇ ਨੂੰ ਚੰਗਾ ਕਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੇ ਨਾਲ ਗੁਣ ਤੇ ਚੰਗਿਆਈ ਵੱਧਦੇ ਹਨ। ਤੇ ਦੂਸਰੀ ਗੱਲ, ਮਨੁੱਖ ਦੇ ਅੰਦਰ ਚੰਗਿਆਈ ਕਮਾਉਣ ਦਾ ਉਤਸ਼ਾਹ ਪੈਦਾ ਹੁੰਦਾ ਹੈ। ਪਰ ਮਨੁੱਖ ਦੇ ਸੁਭਾਅ ਦੇ ਵਿੱਚ ਹੈ, ਮੈਂ ਇੱਕ ਕਥਨ ਪੜ੍ਹ ਰਿਹਾ ਸਾਂ, ਉਸ ਵਿੱਚ ਜ਼ਿਕਰ ਕੀਤਾ ਹੈ, ਕਹਿਣ ਲੱਗਿਆ ਵੀ ਦੂਸਰੇ ਦੇ ਔਗਣ ਵੇਖ ਕੇ, ਬੁਰਾਈ ਵੇਖ ਕੇ ਮਨੁੱਖ ਉਸ ਨੂੰ ਭੰਡੇ, ਨਿੰਦੇ ਤੇ ਬੁਰਾ ਆਖੇ। ਚੰਗੀ ਗੱਲ ਹੈ ਕਿ ਮਨੁੱਖ ਬੁਰਾਈ ਨਾਲ ਨਫ਼ਰਤ ਕਰਦਾ ਹੈ ਤੇ ਚਾਹੁੰਦਾ ਹੈ ਵੀ ਮੈਂ ਵੀ ਬਚ ਜਾਵਾਂ, ਦੂਸਰੇ ਵੀ ਬਚ ਜਾਣ, ਤੇ ਹੋ ਸਕੇ ਤਾਂ ਇਸ ਮਨੁੱਖ ਵਿੱਚ ਵੀ ਸੁਧਾਰ ਹੋ ਜਾਏ। ਇਸ ਕਰਕੇ ਅਸੀਂ ਬੁਰਾਈ ਨੂੰ, ਮਾੜੀ ਗੱਲ ਨੂੰ ਬੁਰਾ ਆਖਦੇ ਹਾਂ, ਭੰਡਦੇ ਹਾਂ। ਪਰ ਉਹ ਕਹਿਣ ਲੱਗਿਆ, ਮਨੁੱਖ ਦੂਸਰੇ ਦੀ ਬੁਰਾਈ ਵੇਖ ਕੇ, ਔਗਣ ਵੇਖ ਕੇ ਉਸ ਨੂੰ ਤਾਂ ਬਹੁਤ ਜ਼ੋਰ ਸ਼ੋਰ ਨਾਲ ਭੰਡ ਲਵੇ, ਪਰ ਜਦੋਂ ਕਿਸੇ ਵਿੱਚ ਚੰਗਿਆਈ ਵੇਖੇ ਤਾਂ ਉਦੋਂ ਚੁੱਪ ਕਰ ਜਾਏ। ਕਹਿਣ ਲੱਗੇ, ਉਦੋਂ ਸਮਝ ਲੈਣਾ ਚਾਹੀਦਾ ਹੈ ਇਹ ਮਨੁੱਖ ਜਿਹੜਾ ਇਮਾਨਦਾਰ ਨਹੀਂ। ਕਿਉਂ? ਜਿਹੜਾ ਦੂਸਰੇ ਦੀ ਬੁਰਾਈ ਵੇਖ ਕੇ ਭੜਕ ਉੱਠਿਆ, ਪਰ ਕਿਸੇ ਦੀ ਚੰਗਿਆਈ ਵੇਖ ਕੇ ਇਸਨੇ ਚੁੱਪ ਵੱਟ ਲਈ ਏ। ਕਿਉਂ ਵੱਟ ਲਈ? ਕਿਉਂਕਿ ਦੂਸਰੇ ਨੂੰ ਚੰਗਾ ਕਹਿਣ ਵਾਸਤੇ ਸ਼ਾਇਦ ਇਹਦੇ ਮਨ ਰਾਜ਼ੀ ਨਹੀਂ ਹੋਇਆ, ਇਹਦੀ ਆਤਮਾ ਨੇ ਪ੍ਰਵਾਨ ਨਹੀਂ ਕੀਤਾ ਵੀ ਦੂਸਰੇ ਨੂੰ ਚੰਗਾ ਆਖਿਆ ਜਾਏ। ਇਸ ਕਰਕੇ ਕਿਉਂਕਿ ਇਹਨੂੰ ਲੱਗਿਆ ਦੂਸਰੇ ਨੂੰ ਚੰਗਾ ਆਖਣ ਨਾਲ ਮੇਰੀ ਆਪਣੀ ਹਉਮੈ ਨੂੰ ਸੱਟ ਵੱਜ ਜਾਏਗੀ, ਮੈਂ ਹੀ ਚੰਗਾ ਹਾਂ, ਕੇਵਲ ਹੋਰ ਕੋਈ ਸੰਸਾਰ ਵਿੱਚ ਚੰਗਾ ਨਹੀਂ ਹੈ। ਇਸ ਕਰਕੇ ਦਾਨੇ ਪੁਰਖਾਂ ਨੇ ਆਖਿਆ, ਬੁਰੇ ਨੂੰ ਬੁਰਾ ਆਖਣਾ ਹਿੰਮਤ ਦਾ, ਦਲੇਰੀ ਦਾ ਕੰਮ ਹੈ, ਤੇ ਚੰਗੇ ਨੂੰ ਚੰਗਾ ਆਖਣਾ ਵੀ ਬਹੁਤ ਹਿੰਮਤ ਤੇ ਦਲੇਰੀ ਦਾ ਕੰਮ ਹੈ, ਖੁੱਲ੍ਹ ਦਿਲੀ ਦਾ ਕੰਮ ਹੈ। ਇਸ ਕਰਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹੋ। ਕੁੱਤੇ ਦੀ ਉਦਾਹਰਣ ਸਤਿਗੁਰਾਂ ਨੇ ਦਿੱਤੀ ਹੈ ਮਨੁੱਖ ਨੂੰ ਸਮਝਾਉਣ ਵਾਸਤੇ। ਜਦੋਂ ਕੁੱਤੇ ਦੀ ਉਦਾਹਰਣ ਮਨੁੱਖ ਨੂੰ ਸਮਝਾਉਣ ਵਾਸਤੇ ਸਤਿਗੁਰੂ ਦਿੰਦੇ ਨੇ, ਲੋਭ ਦੀ ਬਿਰਤੀ ਮਨੁੱਖ ਅੰਦਰ ਵੇਖੀ ਤੇ ਸਤਿਗੁਰਾਂ ਨੇ ਕੁੱਤੇ ਦੀ ਉਦਾਹਰਣ ਵਰਤ ਕੇ ਆਖਿਆ, ਜਿਉ ਕੂਕਰ ਹਰਕਾਇਆ ਧਾਵੈ ਦਹ ਦਿਸ਼ ਜਾਏ, ਲੋਭੀ ਜੰਤ ਨਾ ਜਾਣਾਈ ਭਖ ਅਭਖ ਸਭ ਖਾਏ। ਉੱਥੇ ਸਤਿਗੁਰਾਂ ਨੇ ਕੁੱਤੇ ਦੀ ਲੋਭ ਬਿਰਤੀ ਦਾ ਜ਼ਿਕਰ ਕਰਕੇ ਆਖਿਆ, ਬੰਦਿਆ ਵੇਖੀ ਕਿਤੇ ਤੇਰਾ ਕਿਰਦਾਰ ਵੀ ਐਸਾ ਨਾ ਹੋ ਜਾਏ। ਇੱਕ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪਣੇ ਪਾਵਨ ਸ਼ਲੋਕ ਵਿੱਚ ਜ਼ਿਕਰ ਕਰਦੇ ਨੇ। ਉੱਥੇ ਹਜ਼ੂਰ ਨੇ ਆਖਿਆ, ਹੇ ਮਨੁੱਖ, ਤੈਨੂੰ ਵਫਾਦਾਰੀ ਦਾ ਗੁਣ ਸਿੱਖਣਾ ਚਾਹੀਦਾ ਹੈ। ਵਫਾਦਾਰੀ ਦੇ ਗੁਣ ਤੋਂ ਬਿਨਾਂ ਇਹ ਸਮਾਜ, ਇਹ ਪਰਿਵਾਰ, ਇਹ ਜੀਵਨ ਨਿਰਾਰਥਕ ਹੋ ਜਾਂਦਾ ਹੈ, ਦੁੱਖਾਂ ਨਾਲ ਭਰ ਜਾਂਦਾ ਹੈ। ਤੇ ਸਤਿਗੁਰਾਂ ਨੇ ਵਫਾਦਾਰੀ ਦਾ ਗੁਣ ਸਾਡੇ ਅੰਦਰ ਪੈਦਾ ਕਰਨ ਵਾਸਤੇ ਉਦਾਹਰਣ ਵੀ ਕੁੱਤੇ ਦੀ ਦਿੱਤੀ। ਆਖਿਆ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਕਿੱਡੀ ਬਾ ਕਮਾਲ ਵਿਚਾਰ ਹੈ। ਸਤਿਗੁਰੂ ਨੇ ਉਦਾਹਰਣ ਕੁੱਤੇ ਦੀ ਹੀ ਵਰਤੀ ਏ। ਜਿੱਥੇ ਔਗਣ ਦੀ ਗੱਲ ਕੀਤੀ ਉੱਥੇ ਵੀ ਕੁੱਤੇ ਦੀ ਉਦਾਹਰਣ ਦੇ ਕੇ ਆਖੇ, ਇਸ ਕਿਰਦਾਰ ਤੋਂ ਬਚ ਜਾਈਂ, ਨਹੀਂ ਤੇ ਤੂੰ ਪਸ਼ੂ ਸਮਾਨ ਹੈ। ਜਿੱਥੇ ਹਜ਼ੂਰ ਨੇ ਸਾਡੇ ਅੰਦਰ ਵਫਾਦਾਰੀ ਦੀ ਘਾਟ ਵੇਖੀ, ਉੱਥੇ ਸਤਿਗੁਰੂ ਪਾਤਸ਼ਾਹ ਨੇ ਇੱਕ ਵਫਾਦਾਰ ਪਾਲਤੂ ਕੁੱਤੇ ਦੀ ਉਦਾਹਰਣ ਦੇ ਕੇ ਮਨੁੱਖ ਨੂੰ ਸਮਝਾਇਆ, ਹੈ ਮਨੁੱਖ, ਵਫਾਦਾਰੀ ਦਾ ਗੁਣ ਤੇਰੇ ਜੀਵਨ ਵਿੱਚ ਬਹੁਤ ਉੱਚਾ ਹੋਣਾ ਚਾਹੀਦਾ ਹੈ। ਸਤਿਗੁਰੂ ਨੇ ਇਸ ਕਰਕੇ ਉਹਨੂੰ ਭੰਡ ਨਹੀਂ ਦਿੱਤਾ ਵੀ ਉਹ ਇੱਕ ਕੁੱਤਾ ਹੈ ਤੇ ਉਹਦੇ 'ਚ ਜੇ ਲੋਭ ਦਾ ਔਗਣ ਹੈ ਤੇ ਵਫਾਦਾਰੀ ਵੀ ਉਹਦਾ ਔਗਣ ਨਹੀਂ। ਵਫਾਦਾਰੀ ਨੂੰ ਗੁਣ ਆਖਿਆ, ਲੋਭ ਨੂੰ ਔਗਣ ਆਖਿਆ। ਭਾਵ ਇਹ ਹੈ, ਚੰਗੇ ਨੂੰ ਚੰਗਾ ਆਖ ਕੇ ਉਸ ਚੰਗਿਆਈ ਨੂੰ ਗ੍ਰਹਿਣ ਕਰ ਲਈਏ, ਬੁਰੇ ਨੂੰ ਬੁਰਾ ਆਖ ਕੇ ਆਪ ਵੀ ਉਸ ਤੋਂ ਬਚ ਜਾਈਏ ਤੇ ਦੂਸਰੇ ਨੂੰ ਵੀ ਉਸ ਤੋਂ ਬਚਾ ਲਈਏ। ਇਸੇ ਕਰਕੇ ਹੀ ਤਾਂ ਸਤਿਗੁਰੂ ਨੇ ਬਾਣੀ ਦੇ ਵਿੱਚ ਕਿਹਾ, ਗੁਣਾ ਕਾ ਹੋਵੈ ਵਾਸੁਲਾ ਕੱਢ ਵਾਸ ਲਈਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਔਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ, ਜਿੱਥੈ ਜਾਏ ਬਹੀਐ, ਭਲਾ ਕਹੀਐ ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੈ ਵਾਸੁਲਾ ਕੱਢ ਵਾਸ ਲਈਜੈ। ਜੇ ਆਪ ਬਾਣੀ ਨੂੰ ਧਿਆਨ ਦੇ ਨਾਲ ਪੜੋ ਤਾਂ ਸਤਿਗੁਰੂ ਨੇ ਬਾਣੀ ਦੇ ਵਿੱਚ ਵੀ ਨੇਕ, ਭਗਤ, ਗੁਰਮੁਖ, ਸੰਤ ਆਦਿਕ ਸ਼ਬਦ ਵਰਤ ਕੇ ਉੱਚੇ ਜੀਵਨ ਦੀ ਮਹਿਮਾ ਕੀਤੀ ਏ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾ ਮਾਨ ਆਖਿਆ। ਕਿਤੇ ਸਤਿਗੁਰੂ ਨੇ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਆਖਿਆ। ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਨੇ, ਜਨ ਕੇ ਚਰਨ ਵਸੈ ਮੇਰਾ ਹੀਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਇਹੀ। ਕਿਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਇਹ ਸਾਰੀ ਉਸਤਤ ਕਿਸ ਦੀ ਹੋ ਰਹੀ ਹੈ? ਕਿਸੇ ਸਰੀਰ ਦੀ ਨਹੀਂ ਹੋ ਰਹੀ। ਇਹ ਉਸਤਤ ਕਿਸੇ ਧੜੇ ਦੀ ਨਹੀਂ ਹੋ ਰਹੀ।
ਇਹ ਉਸਤਤ ਕਿਸੇ ਜਮਾਤ ਦੀ ਨਹੀਂ ਹੋ ਰਹੀ, ਇਹ ਉਸਤਤ ਹੋ ਰਹੀ ਹੈ ਸ਼ੁਭ ਗੁਣਾ ਵਾਲੇ ਉਚੇਰੇ ਜੀਵਨ ਕਿਰਦਾਰ ਦੀ, ਵਿਹਾਰ ਦੀ, ਸਲੀਕੇ ਦੀ। ਸਤਿਗੁਰੂ ਸੱਚੇ ਪਾਤਸ਼ਾਹ ਮਨਮੁਖ ਦਾ ਜ਼ਿਕਰ ਵੀ ਕਰਦੇ ਨੇ, ਔਗਣਾਂ ਨਾਲ ਭਰੇ ਹੋਏ ਮਨੁੱਖ ਦੇ ਕਿਰਦਾਰ ਦੀ ਗੱਲ ਵੀ ਬਾਣੀ 'ਚ ਕਰਦੇ ਨੇ, ਪਰ ਨਾਲ ਨਿਖੇਧੀ ਵੀ ਕਰਦੇ ਨੇ ਵੀ ਜਿੱਥੇ ਵੀ ਐਸੇ ਔਗਣ ਹਨ, ਕਿਰਦਾਰ ਹੈ, ਭਾਈ ਇਸ ਤੋਂ ਦੂਰ ਰਹਿਣਾ ਹੈ, ਸੁਚੇਤ ਕਰ ਦਿੱਤਾ। ਜਿੱਥੇ ਚੰਗਿਆਈ ਦੀ ਗੱਲ ਸਤਿਗੁਰਾਂ ਨੇ ਬਿਆਨ ਕੀਤੀ, ਉੱਥੇ ਉੱਚੇ ਕਿਰਦਾਰ ਦੀ ਬਾਤ ਪਾਉਂਦਿਆਂ ਸੰਤ ਆਖਿਆ, ਗੁਰਮੁਖ ਆਖਿਆ, ਜਨ ਆਖਿਆ, ਭਗਤ ਆਖਿਆ। ਇਹ ਸ਼ਬਦ ਸਤਿਗੁਰਾਂ ਨੇ ਬੜੇ ਸਤਿਕਾਰ ਸਨਮਾਨ ਸਹਿਤ ਵਰਤੇ ਹਨ। ਦੂਸਰੇ ਪਾਸੇ ਆਈਏ, ਗੁਰੂ ਪਾਤਸ਼ਾਹ ਦੇ ਆਪਣੇ ਜੀਵਨ ਇਤਿਹਾਸ ਵਿੱਚ ਦੇਖੀਏ। ਸਤਿਗੁਰੂ ਜੀ ਭਾਈ ਕਹਿ ਕੇ ਗੁਰਮੁਖਾਂ ਨੂੰ ਸੱਦਦੇ ਹਨ, ਇੱਕ ਭਾਈਚਾਰਾ ਮਨੁੱਖਾਂ ਦਾ ਕਾਇਮ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਤੇ ਖੁਸ਼ ਹੁੰਦੇ ਉਹਨੂੰ ਥਾਪੜਾ ਦਿੰਦੇ, ਕਿਸੇ ਨੂੰ ਦਸਤਾਰ ਦਿੰਦੇ, ਕਿਸੇ ਨੂੰ ਸਿਰੋਂ ਪਾਉ ਦਿੰਦੇ, ਕਿਸੇ ਨੂੰ ਕੋਈ ਹੋਰ ਨਿਸ਼ਾਨੀ, ਤੋਹਫਾ ਜਾਂ ਐਸੀ ਪਿਆਰ ਦੀ ਵਸਤੂ ਦਿੰਦੇ। ਕਿਸੇ ਨੂੰ ਸਤਿਗੁਰੂ ਆਪਣੇ ਬੋਲਾਂ ਨਾਲ ਸਨਮਾਨ ਤੇ ਮਾਣ ਦਿੰਦੇ। ਕਿਸੇ ਨੂੰ ਹਜ਼ੂਰ ਨੇ ਆਪਣਾ ਗੁਰੂ ਕਾ ਬੇਟਾ ਆਖਿਆ, ਕਿਸੇ ਨੂੰ ਗੁਰੂ ਕੇ ਫਰਜ਼ੰਦ ਆਖਿਆ, ਕਿਸੇ ਨੂੰ ਪਿਆਰੇ ਆਖਿਆ, ਕਿਸੇ ਨੂੰ ਮੁਕਤੇ ਆਖਿਆ, ਕਿਸੇ ਨੂੰ ਸਤਿਗੁਰਾਂ ਨੇ ਭਾਈ ਬਹਿਲੋ ਸਭ ਤੋਂ ਪਹਿਲੋ ਆਖਿਆ, ਇੱਕ ਕਿਤੇ ਸਤਿਗੁਰੂ ਨੇ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਆਖਿਆ। ਐਸੇ ਸ਼ਬਦ ਬਹੁਤ ਹਨ। ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ। ਇਹ ਇਤਿਹਾਸ ਦੇ ਪੰਨਿਆਂ ਤੋਂ ਸਾਨੂੰ ਇਹ ਵੇਰਵੇ ਪ੍ਰਾਪਤ ਹੁੰਦੇ ਨੇ। ਸਤਿਗੁਰੂ ਆਪਣੇ ਬੋਲਾਂ ਰਾਹੀਂ ਕੀਮਤੀ ਸ਼ਬਦ ਕਹਿ ਕੇ ਕਿਸੇ ਜੀਵਨ ਨੂੰ ਮਾਣ ਦੇ ਰਹੇ ਹਨ, ਸਨਮਾਨ ਦੇ ਰਹੇ ਹਨ, ਉਹਦੀ ਸ਼ੋਭਾ ਵਧਾ ਰਹੇ ਹਨ। ਕਿਉਂ? ਕਿਉਂਕਿ ਕਿਸੇ ਨੇ ਕੋਈ ਚੰਗਾ ਕਾਰਜ ਕੀਤਾ ਹੈ, ਧਰਮ ਦੇ ਖੇਤਰ ਵਿੱਚ, ਸਮਾਜ ਦੇ ਖੇਤਰ ਵਿੱਚ, ਮਨੁੱਖਤਾ ਦੀ ਭਲਾਈ ਲਈ ਕਿਸੇ ਦਾ ਉੱਚਾ ਸੁੱਚਾ ਜੀਵਨ ਬੜਾ ਬਾਕਮਾਲ ਹੈ। ਸਤਿਗੁਰਾਂ ਨੇ ਉਸ ਜੀਵਨ ਨੂੰ ਮਾਣ ਵੀ ਦਿੱਤਾ, ਮਿੱਠੇ ਪਿਆਰੇ ਸ਼ੋਭਾ ਵਾਲੇ ਬੋਲ ਕਹਿ ਕੇ। ਤਾਂ ਸਤਿਗੁਰੂ ਨੇ ਵਡਿਆ ਦਿੱਤਾ, ਉਸ ਜੀਵਨ ਨੂੰ ਉਚੇਰਿਆਂ ਕਰਨ ਦਾ ਯਤਨ ਕੀਤਾ। ਸਤਿਗੁਰੂ ਨੇ ਸੰਕੋਚ ਨਹੀਂ ਕੀਤਾ ਵੀ ਇਸ ਮਨੁੱਖ ਦੇ ਅੰਦਰ ਚੰਗਿਆਈ ਹੈ ਤੇ ਚੁੱਪ ਰਹਿ ਕੇ ਸਾਰ ਲਿਆ ਜਾਏ। ਨਹੀਂ, ਉਸ ਚੰਗਿਆਈ ਨੂੰ ਚੰਗਿਆਈ ਕਹਿ ਕੇ ਸਤਿਗੁਰਾਂ ਨੇ ਉਹਨੂੰ ਸਤਿਕਾਰ ਤੇ ਮਾਣ ਬਖਸ਼ਿਸ਼ ਕਰ ਦਿੱਤਾ ਹੈ, ਚਾਰ ਚੰਨ ਲਾ ਦਿੱਤੇ ਹਨ। ਇਸੇ ਤਰ੍ਹਾਂ ਸਤਿਗੁਰੂ ਦੇ ਪਿਆਰ ਵਾਲਿਓ, ਗੁਰੂ ਕੀ ਪਾਵਨ ਬਾਣੀ ਦੇ ਅੰਦਰ ਇਹ ਗੱਲ ਵੀ ਸਾਨੂੰ ਸਮਝਾਈ ਗਈ ਹੈ ਵੀ ਜਿੱਥੇ ਅਸੀਂ ਮਾੜੇ ਨੂੰ ਮਾੜਾ ਕਹਿਣਾ ਹੈ ਤਾਂ ਕਿ ਅਸੀਂ ਬੁਰਾਈ ਤੋਂ ਬਚ ਸਕੀਏ ਤੇ ਉਹਨੂੰ ਰੋਕ ਸਕੀਏ, ਉੱਥੇ ਚੰਗਿਆਈ ਨੂੰ ਚੰਗਿਆਈ ਕਹਿਣ ਤੋਂ ਵੀ ਸੰਕੋਚ ਜਿਹੜਾ ਮਨੁੱਖ ਨੇ ਕਤਈ ਨਹੀਂ ਕਰਨਾ। ਕਿਉਂਕਿ ਚੰਗੇ ਨੂੰ ਚੰਗਾ ਕਹਿਣ ਨਾਲ ਚੰਗਿਆਈ ਵੱਧਦੀ ਹੈ, ਗੁਣ ਵੱਧਦੇ ਹਨ ਤੇ ਚੰਗਾ ਕੰਮ ਕਰਨ ਵਾਲੇ ਦੇ ਅੰਦਰ ਉਤਸ਼ਾਹ ਵੀ ਪੈਦਾ ਹੁੰਦਾ ਹੈ। ਔਰ ਉਹਦੇ ਵੱਲ ਵੇਖ ਕੇ ਹੋਰ ਵੀ ਕਈਆਂ ਦੇ ਅੰਦਰ ਐਸੀ ਉਤਸ਼ਾਹਜਨਕ ਪ੍ਰੇਰਣਾ ਉਹਨਾਂ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ 'ਚ ਇੱਕ ਪੱਖ ਹੋਰ ਹੈ ਜਿਹੜਾ ਮੈਂ ਤੁਹਾਡੇ ਨਾਲ ਜ਼ਰੂਰੀ ਸਾਂਝਾ ਕਰਨਾ ਹੈ। ਉਹ ਕੀ ਹੈ? ਇਹ ਠੀਕ ਹੈ, ਜਿਸ ਵਿੱਚ ਗੁਣ ਹੋਵੇ, ਜਿਸ ਵਿੱਚ ਚੰਗਿਆਈ ਹੋਵੇ, ਜਿਸ ਵਿੱਚ ਕੋਈ ਖੂਬੀ ਹੋਵੇ, ਉਸ ਨੂੰ ਵਡਿਆਉਣਾ, ਸਤਿਕਾਰਨਾ, ਪਿਆਰਨਾ ਤੇ ਉਤਸ਼ਾਹ ਦੇਣਾ ਬਣਦਾ ਹੈ। ਪਰ ਕਈ ਵਾਰ ਐਸਾ ਵੀ ਵਾਪਰ ਜਾਂਦਾ ਹੈ, ਕਿਸੇ ਮਨੁੱਖ ਦੇ ਜੀਵਨ ਅੰਦਰ ਖੂਬੀ ਨਹੀਂ, ਕੋਈ ਗੁਣ ਨਹੀਂ, ਕੋਈ ਚੰਗਿਆਈ ਨਹੀਂ, ਅਸੀਂ ਉਸ ਨੂੰ ਵਡਿਆਉਣ ਲੱਗ ਪਏ, ਅਸੀਂ ਉਸ ਦੀ ਉਸਤਤ ਕਰ ਦਿੱਤੀ, ਅਸੀਂ ਉਸ ਦੀ ਸਿਫਤ ਦੇ ਪੁਲ ਬੰਨ੍ਹ ਦਿੱਤੇ। ਕਿਉਂ? ਕਿਉਂਕਿ ਜਾਂ ਤਾਂ ਕੋਈ ਸਾਡਾ ਸਵਾਰਥ ਹੋਏਗਾ ਕਿ ਉਹਦੀ ਹਉਮੈ ਨੂੰ ਪੱਠੇ ਪਾ ਕੇ ਅਸੀਂ ਕੋਈ ਆਪਣਾ ਨਿੱਜੀ ਗਰਜ ਜਾਂ ਸਵਾਰਥ ਪੂਰਾ ਕਰ ਲਈਏ, ਕੁਝ ਖੱਟ ਲਈਏ, ਕੋਈ ਲਾਹਾ ਲੈ ਲਈਏ, ਕੁਝ ਐਸੀਆਂ ਭਾਵਨਾਵਾਂ, ਕੋਈ ਨੱਕ ਨਮੂਜ, ਐਸਾ ਅਸੀਂ ਪਖੰਡ ਅਕਸਰ ਸਮਾਜ ਵਿੱਚ ਵੀ ਵੇਖਦੇ ਹਾਂ। ਇੱਥੇ ਆ ਕੇ ਸਤਿਗੁਰਾਂ ਨੇ ਸਾਨੂੰ ਜ਼ਰੂਰ ਸੁਚੇਤ ਕੀਤਾ ਤੇ ਬਾਣੀ 'ਚ ਸ਼ਬਦ ਆਖੇ ਨੇ, ਦੁਨੀਆ ਨਾ ਸਾਲਾ ਜੋ ਮਰ ਵੰਯਸੀ, ਲੋਕਾਂ ਨਾ ਸਾਲਾ ਜੋ ਮਰ ਖਾਕ ਥੀ। ਕਿਉਂਕਿ ਪੁਰਾਣੇ ਰਾਜਿਆਂ ਦੇ ਦਰਬਾਰ ਵਿੱਚ ਕਵੀ, ਗਵਈਏ, ਲਿਖਾਰੀ, ਵਿਦਵਾਨ ਜਨ ਹੁੰਦੇ ਸਨ ਔਰ ਉਹਨਾਂ 'ਚੋਂ ਕਈ ਐਸੇ ਹੁੰਦੇ ਸਨ ਜਿਹੜੇ ਜਾਣਦੇ ਸਨ ਕਿ ਵੀ ਇਸ ਰਾਜੇ ਮਹਾਰਾਜੇ 'ਚ, ਬਾਦਸ਼ਾਹ 'ਚ ਖੂਬੀ ਕੋਈ ਨਹੀਂ, ਚੰਗਿਆਈ ਕੋਈ ਨਹੀਂ, ਪਰ ਉਹ ਉਹਦੀ ਫੋਕੀ ਤਾਰੀਫ ਕਰਦੇ, ਉਹਦੀਆਂ ਫੋਕੀਆਂ ਸਿਫਤਾਂ ਕਰਦੇ, ਉਹਦੀਆਂ ਝੂਠੀਆਂ ਵਡਿਆਈਆਂ ਕਰ ਕਰਕੇ ਉਸ ਕੋਲੋਂ ਮਾਇਕ ਲਾਭ ਲੈਣ ਵਾਸਤੇ ਜਾਂ ਆਪਣੀ ਪਦਵੀ ਵੱਡੀ ਰੱਖਣ ਵਾਸਤੇ ਜਾਂ ਕੋਈ ਹੋਰ ਲਾਲਚਾਂ ਪਿੱਛੇ ਉਸ ਨੂੰ ਇੰਨਾ ਕੁ ਵਧਾ ਚੜਾ ਦਿੰਦੇ ਤਾਂ ਕਿ ਆਪਣੀਆਂ ਨਿੱਜੀ ਗਰਜ਼ਾਂ ਉਹਦੇ ਕੋਲੋਂ ਪੂਰੀਆਂ ਕਰਵਾਈਆਂ ਜਾ ਸਕਣ, ਦੂਸਰੇ ਦੀ ਹਉਮੈ ਨੂੰ ਪੱਠੇ ਪਾ ਕੇ। ਐਸੇ ਜ਼ਿਕਰ ਬਾਣੀ ਵਿੱਚ ਸਤਿਗੁਰਾਂ ਨੇ ਕੀਤੇ ਨੇ। ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ, ਉਹਨਾਂ ਰਾਜਿਆਂ ਨੂੰ ਵੀ ਰੱਬ ਦੇ ਅਵਤਾਰ ਬਣਾ ਕੇ ਪੇਸ਼ ਕਰ ਦਿੱਤਾ। ਮੁਗਲ ਸ਼ਾਸਕਾਂ ਦੇ ਦਰਬਾਰ ਦੇ ਵਿੱਚ ਬੈਠੇ ਹੋਏ ਐਸੇ ਹੀ ਕੁਝ ਖੁਸ਼ਾਮਦੀ ਤੇ ਚਾਪਲੂਸ ਕਿਸਮ ਦੇ ਵਿਦਵਾਨ ਇਹ ਕਹਿ ਦਿਆ ਕਰਦੇ ਸਨ ਬਾਦਸ਼ਾਹ ਨੂੰ, ਜ਼ਿਲੇ ਇਲਾਹੀ। ਇਹਦਾ ਭਾਵ ਹੁੰਦਾ ਸੀ ਖੁਦਾ ਦਾ, ਰੱਬ ਦਾ ਧਰਤੀ ਤੇ ਪਰਛਾਵਾਂ। ਭਾਵੇਂ ਉਹ ਸਿਰੇ ਦਾ ਲਾਲਚੀ ਹੈ, ਕਠੋਰ ਦਿਲ ਹੈ, ਅਨਿਆਂ ਧੱਕਾ ਕਰਦਾ ਹੈ, ਬੇਈਮਾਨੀ ਕਰਦਾ ਹੈ, ਪਰਜਾ ਨੂੰ ਦੁੱਖ ਦਿੰਦਾ ਹੈ, ਉਹਦਾ ਆਪਣਾ ਵਿਹਾਰ ਚੰਗਾ ਨਹੀਂ, ਫਿਰ ਵੀ ਉਹਨੂੰ ਜ਼ਿਲੇ ਇਲਾਹੀ ਦੀ ਪਦਵੀ ਉਹ ਦੇ ਦਿਆ ਕਰਦੇ ਸਨ। ਕਹਿਣ ਤੋਂ ਭਾਵ ਹੈ ਸਤਿਗੁਰਾਂ ਨੇ ਸਾਨੂੰ ਇਹ ਵੀ ਸਮਝਾਇਆ, ਚੰਗੇ ਨੂੰ ਚੰਗਾ ਤੇ ਆਖਣਾ, ਪਰ ਕਿਧਰੇ ਚਾਪਲੂਸੀ ਤੇ ਖੁਸ਼ਾਮਦ ਵਾਲਾ ਔਗਣ ਆਪਣੇ ਜੀਵਨ ਵਿੱਚ ਨਹੀਂ ਆਉਣ ਦੇਣਾ। ਇਸ ਗੱਲ ਤੋਂ ਵੀ ਸੁਚੇਤ ਰਹਿਣਾ। ਫੋਕੀਆਂ ਵਡਿਆਈਆਂ ਕਰਨੀਆਂ, ਫੋਕੀਆਂ ਖੁਸ਼ਾਮਦਾਂ ਕਰਨੀਆਂ, ਝੂਠੀਆਂ ਸਿਫਤਾਂ ਦੇ ਪੁਲ ਬੰਨਣੇ, ਸਤਿਗੁਰਾਂ ਨੇ ਆਖਿਆ ਇਹ ਹੈ ਖੁਸ਼ਾਮਦੀ ਤੇ ਚਾਪਲੂਸ ਸੁਭਾਅ ਦੀ ਬਿਰਤੀ।
ਇਸ ਨੂੰ ਮਨੁੱਖ ਆਪਣੇ ਤੋਂ ਦੂਰ ਰੱਖੇ। ਕਿਉਂ ਦੂਰ ਰੱਖੇ? ਕਿਉਂਕਿ ਇਸ ਨਾਲ ਪਖੰਡੀ ਮਾਣ ਪਾ ਜਾਂਦਾ ਹੈ, ਇਸ ਨਾਲ ਧੋਖੇਬਾਜ਼ ਦੁਨੀਆ ਦੇ ਵਿੱਚ ਲੋਕਾਂ ਦੇ ਸਾਹਮਣੇ ਲੋਕਾਂ ਦੀ ਅੱਖੀਂ ਘੱਟਾ ਪਾ ਕੇ ਉਚੇਰਾ ਬਣ ਬੈਠਦਾ ਤੇ ਚੰਗੇ ਮਨੁੱਖ ਜਿਹੜੇ ਨੇ ਉਹ ਸਤਿਕਾਰ ਤੋਂ ਵਿਰਵੇ ਰਹਿ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪੱਖ ਤੋਂ ਸਾਨੂੰ ਸੁਚੇਤ ਕਰਦਿਆਂ ਹੋਇਆਂ ਇਹ ਗੱਲ ਬਾਰ-ਬਾਰ ਆਪਣੀ ਪਾਵਨ ਬਾਣੀ ਦੇ ਵਿੱਚ ਸਾਡੇ ਲਈ ਸਮਝਾਈ ਹੈ ਕਿ ਅਸੀਂ ਅਕਾਲ ਪੁਰਖ ਦੀ ਸਿਫਤ, ਸਲਾਹ, ਵਡਿਆਈ ਤੇ ਸ਼ੋਭਾ ਕਿਉਂ ਕਰਨੀ ਹੈ। ਬਿਨ ਉਪਮਾ ਜਗਦੀਸ਼ ਕੀ ਬਿਨਸੈ ਨਾ ਅੰਧਿਆਰਾ। ਮਨ ਦੀ ਮਲੀਨਤਾ, ਅੰਦਰ ਦਾ ਅਗਿਆਨਤਾ ਦਾ ਹਨੇਰਾ ਅਕਾਲ ਪੁਰਖ ਦੀ ਸਿਫਤ ਸਲਾਹ ਤੋਂ ਬਿਨਾ ਦੂਰ ਨਹੀਂ ਹੋ ਸਕਦਾ। ਖੱਖਾ ਖਰਾ ਸਰਾਹੋ ਤਾਹੂ ਜੋ ਖਿਨਮੈ ਊਨੇ ਸੁ ਭਰ ਭਰਾਹੂ। ਜਿਹੜਾ ਖਾਲੀ ਹਿਰਦਿਆਂ ਨੂੰ ਭਰਨ ਦੀ ਸਮਰੱਥਾ ਰੱਖਦਾ ਹੈ, ਐਸੇ ਗੁਣਾਂ ਵਾਲੇ ਅਕਾਲ ਪੁਰਖ ਦੀ ਸਿਫਤ ਵਿੱਚ ਜੁੜੋ। ਤਦੇ ਹੀ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਵੀ ਜਿਹੜੇ ਗੁਣ ਅਕਾਲ ਪੁਰਖ ਦੇ ਵਿੱਚ ਹਨ ਉਹਨਾਂ ਨੂੰ ਸ਼ਕਤ ਭਾਵ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਅੰਦਰ ਵਸਾਉਣ ਦਾ ਉਦਮ ਕਰਨਾ ਹੀ ਅਕਾਲ ਪੁਰਖ ਦੀ ਅਸਲ ਸਿਫਤ ਹੈ। ਇੱਕ ਪੱਖ ਮੈਂ ਹੋਰ ਤੁਹਾਡੇ ਨਾਲ ਜ਼ਰੂਰੀ ਸਾਂਝਾ ਕਰ ਲਵਾਂ। ਬਾਣੀ ਵਿੱਚ ਸਤਿਗੁਰਾਂ ਨੇ ਕਿਹਾ ਅਕਾਲ ਪੁਰਖ ਦੀ ਸੰਪੂਰਨ ਵਡਿਆਈ ਤੇ ਉਸਤਤੀ ਕੋਈ ਨਹੀਂ ਕਹਿ ਸਕਦਾ। ਪ੍ਰਮਾਣ ਨੇ ਉਸਤਤ ਕਹਿਨ ਨਾ ਜਾਏ ਮੁਖੋਂ ਤੁਹਾਰੀਆ। ਜਾਂ ਸਤਿਗੁਰੂ ਕਹਿੰਦੇ ਨੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ। ਜਾਂ ਸਤਿਗੁਰੂ ਕਹਿੰਦੇ ਨੇ ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾਵਾਰ। ਭਾਵ ਪ੍ਰਭੂ ਦੀ ਉਸਤਤ ਦਾ ਕੋਈ ਪਾਰਾਵਾਰ ਨਹੀਂ, ਕੋਈ ਅੰਤ ਨਹੀਂ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਸਿਰਾ ਨਹੀਂ ਲੱਭਿਆ ਜਾ ਸਕਦਾ। ਇਸ ਦਾ ਮਤਲਬ ਹੈ ਪਰਮਾਤਮਾ ਨੂੰ ਉਸ ਦੇ ਗੁਣ, ਉਸ ਦੀ ਵਡਿਆਈ ਜੋ ਉਸ ਦੀ ਕੁਦਰਤ ਤੋਂ ਪ੍ਰਗਟ ਹੁੰਦੀ ਏ ਉਸ ਨੂੰ ਸਲਾਉਣਾ ਹੈ। ਤੇ ਕਿਉਂ ਸਲਾਉਣਾ ਹੈ? ਆਪਣੇ ਜੀਵਨ ਨੂੰ ਸਵਾਰਨ ਵਾਸਤੇ, ਨਾ ਕਿ ਉਸ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਨੂੰ ਪੂਜਣਾ, ਨਿਉਣਾ ਜਾਂ ਹੋਰ ਕਰਮਕਾਂਡ ਤੇ ਪੂਜਾ ਪ੍ਰਤਿਸ਼ਠਾ ਕਰਨੀ। ਜਿਵੇਂ ਸਤਿਗੁਰੂ ਕਹਿੰਦੇ ਨੇ ਕੀਤਾ ਕਿਆ ਸਲਾਹੀ ਹੈ ਕਰ ਦੇਖੈ ਸੋਈ ਜਿਨ ਕੀਆ ਸੋ ਮਨ ਵਸੈ ਮੈਂ ਅਵਰ ਨਾ ਕੋਈ ਸੋ ਸਾਚਾ ਸਲਾਹੀਐ ਸਾਚੀ ਪਤ ਹੋਈ। ਇਸ ਕਰਕੇ ਭਾਈ ਸਾਹਿਬ ਜੀ ਨੇ ਜੋ ਜ਼ਿਕਰ ਕੀਤਾ ਸੀ ਵੀ ਨਿਰਭਉ, ਨਿਰਵੈਰ, ਨਿਰਦੇਸ਼, ਨਿਰਵਿਕਾਰ, ਕਿਰਪਾ ਨਿਧ ਦਾਤਾਰ ਆਦਿ ਗੁਣ ਗਾਉਂਦੇ ਹੋਏ ਆਚਰਣ ਵਿੱਚ ਇਹਨਾਂ ਗੁਣਾਂ ਦਾ ਸ਼ਕਤ ਭਰ ਵਸਾਉਣ ਦਾ ਯਤਨ ਕਰਨਾ ਯਥਾਰਥ ਅਰਥਾਂ ਵਿੱਚ ਉਸਤਤ ਹੈ। ਪ੍ਰਭੂ ਅਕਾਲ ਪੁਰਖ ਦੇ ਗੁਣ ਆਪਣੇ ਜੀਵਨ ਵਿੱਚ ਵਸਾਉਣੇ ਉਸ ਦੀ ਅਸਲ ਉਸਤਤ ਹੈ, ਉਸ ਦੀ ਅਸਲ ਸ਼ੋਭਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਹੋਇਆਂ ਤਾਂ ਹੀ ਸਾਨੂੰ ਸਮਝਾਉਂਦੇ ਨੇ ਉਸਤਤ ਮਨ ਮਹਿ ਕਰ ਨਿਰੰਕਾਰ। ਕਿੱਡੀ ਖੂਬਸੂਰਤ ਗੱਲ ਆਖੀ। ਕਹਿਣ ਲੱਗੇ ਆਪਣੇ ਮਨ ਵਿੱਚ ਹੇ ਮਨੁੱਖ ਉਸ ਅਕਾਲ ਪੁਰਖ ਦੀ ਉਸਤਤ ਕਰ। ਹੁਣ ਸਵਾਲ ਹੈ ਮਨ ਵਿੱਚ ਉਸਤਤ ਕਿਵੇਂ ਹੋਏਗੀ? ਕਰ ਮਨ ਮੇਰੇ ਸਤ ਵਿਵਹਾਰ। ਹੇ ਮੇਰੇ ਮਨ ਆਪਣਾ ਵਿਹਾਰ ਸੱਚਾ ਕਰ ਲੈ, ਸਚਿਆਰੇ ਵਿਹਾਰ ਵਾਲਾ ਹੋ ਜਾ। ਭਾਵ ਤੇਰੇ ਅੰਦਰ ਈਰਖਾ, ਦਵੈਸ਼, ਨਫ਼ਰਤ, ਭੇਦ ਭਾਵ ਜਿੰਨੇ ਵੀ ਔਗਣ, ਜਿੰਨੀਆਂ ਵੀ ਬਿਮਾਰੀਆਂ ਤੈਨੂੰ ਵਿਕਾਰਾਂ ਦੀਆਂ ਲੱਗਦੀਆਂ ਨੇ ਉਹਨਾਂ ਤੋਂ ਮੁਕਤ ਹੋਣ ਵਾਸਤੇ ਅਕਾਲ ਪੁਰਖ ਦੇ ਗੁਣਾਂ ਦਾ ਅਭਿਆਸ ਕਰ। ਆਪਣੇ ਅੰਦਰ ਰੱਬੀ ਗੁਣ ਵਸਾ, ਉਹਨਾਂ ਰੱਬੀ ਗੁਣਾਂ ਨੂੰ ਆਪਣੇ ਜੀਵਨ ਅੰਦਰ ਵਸਾਉਣ ਦੀ ਕੋਸ਼ਿਸ਼ ਕਰ। ਇਹ ਹੈ ਅਕਾਲ ਪੁਰਖ ਦੀ ਉਸਤਤ ਕਰਨੀ, ਉਸ ਦੀ ਸ਼ੋਭਾ ਕਰਨੀ, ਉਸ ਦੀ ਵਡਿਆਈ ਕਰਨੀ। ਗੁਰੂ ਪਿਆਰ ਵਾਲਿਓ, ਸਾਡਾ ਕਿਸੇ ਬਹੁਤ ਹੀ ਪਰਮ ਮਿੱਤਰ ਦੇ ਨਾਲ ਬੜਾ ਸਨੇਹ ਹੈ। ਉਸ ਪਰਮ ਸਨੇਹੀ ਦੀ ਹਰ ਆਦਤ ਅਸੀਂ ਧਿਆਨ ਨਾਲ ਦੇਖਦੇ ਹਾਂ, ਉਸ ਦੀ ਹਰ ਗੱਲ ਅਸੀਂ ਧਿਆਨ ਨਾਲ ਸੁਣਦੇ ਹਾਂ। ਸਾਨੂੰ ਪਤਾ ਲੱਗ ਜਾਏ ਸਾਡਾ ਇਸ ਤਰ੍ਹਾਂ ਦਾ ਬੋਲਣਾ ਉਹਨੂੰ ਪਸੰਦ ਨਹੀਂ, ਅਸੀਂ ਬੋਲਣ ਵਿੱਚ ਤਬਦੀਲੀ ਲੈ ਆਉਂਦੇ ਹਾਂ। ਸਾਡੇ ਵਰਤਿਆ ਸ਼ਬਦ ਉਹਨੂੰ ਪਸੰਦ ਨਹੀਂ, ਅਸੀਂ ਉਹ ਸ਼ਬਦ ਵਰਤਨੇ ਬੰਦ ਕਰ ਦਿੰਦੇ ਹਾਂ। ਸਾਡਾ ਇਸ ਰੰਗ ਦਾ ਪਹਿਰਾਵਾ ਉਹਨੂੰ ਪਸੰਦ ਨਹੀਂ, ਅਸੀਂ ਉਹ ਰੰਗ ਪਹਿਨਣਾ ਛੱਡ ਦਿੰਦੇ ਹਾਂ। ਸਾਡੀ ਆਹ ਚੀਜ਼ ਖਾਣੀ ਉਹਨੂੰ ਪਸੰਦ ਨਹੀਂ, ਅਸੀਂ ਉਸ ਵਿੱਚ ਤਬਦੀਲੀ ਕਰ ਲਈ। ਭਾਵ ਆਪਣੇ ਪਿਆਰੇ ਦੀ ਖੁਸ਼ੀ ਦੇ ਅਨੁਸਾਰ, ਅਸੀਂ ਮਰਜ਼ੀ ਦੇ ਅਨੁਸਾਰ ਢਲ ਜਾਂਦੇ ਹਾਂ। ਇਸੇ ਤਰ੍ਹਾਂ ਜੋ ਰੱਬ ਦੇ ਪਿਆਰ ਵਾਲੇ ਹਨ ਉਹ ਅਕਾਲ ਪੁਰਖ ਦੇ ਗੁਣਾ, ਉਹਦੀ ਰਜ਼ਾ ਤੇ ਉਹਦੀ ਮਰਜ਼ੀ ਮੁਤਾਬਕ ਆਪਣਾ ਜੀਵਨ ਢਾਲ ਲੈਂਦੇ ਨੇ। ਜਿਵੇਂ ਸਿੱਖ ਆਪਣੇ ਗੁਰੂ ਵੱਲ ਵੇਖਦਾ ਹੈ। ਕਦੇ ਗੌਰ ਕਰੋ, ਨਨਕਾਣਾ ਸਾਹਿਬ ਦਾ ਨਾਮ ਲੈਂਦਿਆਂ ਸਾਡੇ ਮਨ ਅੰਦਰ ਅਪਾਰ ਸ਼ਰਧਾ ਪੈਦਾ ਹੁੰਦੀ ਹੈ। ਕਿਉਂ ਹੈ? ਤਾਂ ਉਹ ਵੀ ਬਾਕੀ ਨਗਰਾਂ ਵਰਗਾ ਨਗਰ, ਕਿਉਂਕਿ ਉੱਥੇ ਸਾਡੇ ਮਹਿਬੂਬ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੋਏ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਜਗ੍ਹਾ ਤੇ ਗਏ ਬੜੇ ਅਦਬ ਨਾਲ ਲੋਕ ਉਹਨਾਂ ਸਥਾਨਾਂ ਦੀ ਯਾਤਰਾ ਤੇ ਵੀ ਚਲੇ ਜਾਂਦੇ ਨੇ। ਅਸੀਂ ਅਨੰਦਪੁਰ ਸਾਹਿਬ, ਅੰਮ੍ਰਿਤਸਰ ਦਾ ਜ਼ਿਕਰ ਜਿਸ ਵੇਲੇ ਇਤਿਹਾਸ ਵਿੱਚੋਂ ਪੜ੍ਹਦੇ ਜਾਂ ਉਹਨਾਂ ਦਾ ਨਾਮ ਲੈਂਦੇ ਆ, ਸਾਡੇ ਮਨ ਅੰਦਰ ਇੱਕ ਵੱਖਰਾ ਜਿਹਾ ਖਿਆਲ ਪੈਦਾ ਹੋ ਜਾਂਦਾ ਹੈ, ਅਦਬਮਈ ਵਿਚਾਰ ਪੈਦਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਇਹਨਾਂ ਥਾਵਾਂ ਨਾਲ ਸਾਡੇ ਗੁਰੂ ਪਾਤਸ਼ਾਹ ਜੀ ਦੀਆਂ ਇਤਿਹਾਸਕ ਯਾਦਾਂ ਜੁੜੀਆਂ ਹੋਈਆਂ ਨੇ, ਜੀਵਨ ਯਾਦਾਂ ਜੁੜੀਆਂ ਹੋਈਆਂ ਨੇ, ਇਤਿਹਾਸ ਦੀਆਂ ਮਹਾਨ ਘਟਨਾਵਾਂ ਜੁੜੀਆਂ ਹੋਈਆਂ ਨੇ। ਗੁਰੂ ਪਾਤਸ਼ਾਹ ਨੇ ਆਪਣੇ ਦਸਤਾਰੇ ਉੱਪਰ ਕਲਗੀ ਸਜਾਈ, ਅਸੀਂ ਹਜ਼ੂਰ ਨੂੰ ਕਲਗੀਆਂ ਵਾਲਾ ਕਹਿ ਕੇ ਯਾਦ ਕਰਦੇ ਹਾਂ। ਕਹਿਣ ਤੋਂ ਭਾਵ ਪਿਆਰੇ ਦੀ ਹਰ ਚੀਜ਼ ਵੀ ਸਾਨੂੰ ਚੰਗੀ ਲੱਗਣ ਲੱਗ ਪਈ, ਫਿਰ ਕਿਉਂ ਨਾ
ਪਿਆਰੇ ਦਾ ਕਿਹਾ ਹੋਇਆ ਉਪਦੇਸ਼ ਵੀ ਸਾਨੂੰ ਚੰਗਾ ਲੱਗੇ, ਉਹ ਵੀ ਸਾਨੂੰ ਓਨਾ ਹੀ ਚੰਗਾ ਲੱਗਣਾ ਚਾਹੀਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲਿਆਂ ਨੂੰ ਗੁਰੂ ਦੀ ਬਾਣੀ ਦਾ ਹਰ ਇੱਕ ਖਿਆਲ, ਗੁਰੂ ਦੀ ਬਾਣੀ ਦਾ ਹਰ ਇੱਕ ਵਿਚਾਰ ਤੇ ਸਿਧਾਂਤ ਵੀ ਓਨਾ ਹੀ ਪਿਆਰਾ ਲੱਗੇਗਾ। ਇਸ ਕਰਕੇ ਜਿਹੜਾ ਵੀ ਸਿੱਖ ਗੁਰੂ ਨਾਲ ਪਿਆਰ ਕਰਦਾ ਹੈ, ਉਹ ਆਪਣੇ ਗੁਰੂ ਦੇ ਉਪਦੇਸ਼ ਨਾਲ ਵੀ ਓਨਾ ਹੀ ਪਿਆਰ ਕਰੇਗਾ। ਉਸ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਵੀ ਉਹੀ ਗੁਣ ਵਸਾਉਣ ਦਾ ਯਤਨ ਕਰੇਗਾ, ਉਹੋ ਜਿਹਾ ਸੁਭਾਅ ਬਣਾਉਣ ਦੀ ਕੋਸ਼ਿਸ਼ ਕਰੇਗਾ ਜਿਹੜੇ ਗੁਣ ਤੇ ਜਿਹੜਾ ਸੁਭਾਅ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿੱਚ ਹੈ। ਸੋ ਕਹਿਣ ਤੋਂ ਭਾਵ ਉਸਤਤ ਕੇਵਲ ਆਪਣੀ ਜ਼ਬਾਨ ਤੋਂ 4 ਸ਼ਬਦ ਬੋਲ ਦੇਣਾ ਹੀ ਨਹੀਂ, ਉਸਤਤ ਦਾ ਭਾਵ ਹੈ ਵੈਸੇ ਗੁਣ, ਵੈਸੀ ਚੰਗਿਆਈ, ਵੈਸਾ ਤਰੀਕਾ ਸਲੀਕਾ ਵਿਹਾਰ ਤੇ ਕਿਰਦਾਰ ਧਾਰਨ ਕਰਨਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਐਸਾ ਸੱਚਾ ਵਿਹਾਰ ਹੀ ਮੇਰੇ ਮਨ ਧਾਰਨ ਕਰ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਹੇ ਅਕਾਲ ਪੁਰਖ, ਸਾਰੀ ਕਾਇਨਾਤ ਤੇਰੇ ਗੁਣਾਂ ਦਾ ਮਨ ਨੂੰ ਜ਼ਿਕਰ ਕਰ ਰਹੀ, ਭਾਵ ਤੇਰੇ ਗੁਣ ਸਾਰੀ ਕਾਇਨਾਤ ਵਿੱਚੋਂ ਪ੍ਰਗਟ ਹੋ ਰਹੇ ਨੇ। ਜਿਹੜੀ ਉਸਤਤ, ਜਿਹੜੀ ਵਡਿਆਈ ਸਾਰੀ ਕਾਇਨਾਤ ਕਰ ਰਹੀ ਏ, ਮੈਂ ਵੀ ਤੇਰੀ ਵਡਿਆਈ ਦਾ ਕਾਇਲ ਹਾਂ। ਇਸੇ ਕਰਕੇ ਹੀ ਤਾਂ ਤੇਰਾ ਪਿਆਰਾ ਤੈਨੂੰ ਸਨਮੁਖ ਰੱਖ ਕੇ ਤੇਰੇ ਗੁਣਾਂ ਨੂੰ ਆਪਣੇ ਆਚਰਣ ਦਾ ਹਿੱਸਾ ਬਣਾਉਂਦਾ ਹੈ, ਔਰ ਸੁਰਤ ਕਰਕੇ ਵਿਹਾਰ ਕਰਕੇ ਉਹ ਤੇਰੇ ਗੁਣਾਂ ਵਿੱਚ ਅਪੇਦ ਹੋ ਜਾਂਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਬੜੇ ਅਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।